बिच बाणी अमृत सारे, गुर बाणी कहे सेवक जन मानै, पर तख गुरु निस्तारे। अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। बाणी बिरलो विचार सी, जे को गुरमुख होए, एह बाणी महापुरख की, निज घर वासा होए। राग गौड़ी पूर्वी महला चौथा, काम क्रोध नगर बहु भरिया, मिल साधु खंडल खंडा है। पूरब लिखत लिखे गुर पाया, मन हर लिव मंडल मंडा है। कर साधु अंजुलि पुन वड्डा है, कर दंडौत पुन वड्डा है। रहाओ साकत हर रस साधना जानिया, तिन अंतर हो मैं कंडा है। ज्यों ज्यों चले चुभै दुख पावे, जम काल सह सिर डंडा है। हर जन हर हर नाम समाणे, दुख जन्म मरण पव खंडा है। अब नासी पुरख पाया परमेश्वर, बहु शोभ खंड ब्रह्मंडा है। हम गरीब मस्कीन प्रभ तेरे, हर राख राख वड वड्डा है। जन नानक नाम आधार टेक है, हर नामे ही सुख मंडा है।
गरीब मस्कीन प्रभ तेरे, हर राख राख वड वड्डा है। जन नानक नाम आधार टेक है, हर नामे ही सुख मंडा है। वाहिगुरु जी का खालसा, वाहिगुरु जी की फतेह। अज दा पावन लड़ीवार शब्द जिस दी विचार होनी है, सोहिला साहिब जी दी पावन बाणी विचों धन धन श्री गुरु रामदास साहिब महाराज वल्लों बख्शिश होया है, जो राग गौड़ी पूर्वी दे अंदर दर्ज है। इस दी सेवा निभा रहे हैं ਗਿਆਨੀ ਬਲਜਿੰਦਰ ਸਿੰਘ जी, हैड ग्रंथी साहिब गुरुद्वारा मजनू टिला साहिब। आप जी नूं सरवण करवाउणगे। आप जी प्रेम सहित गुरबाणी विचार सरवण करो जी। वाहिगुरु जी का खालसा, वाहिगुरु जी की फतेह। एक ओंकार सतनाम करता पुरख निरभाव निरवैर अकाल मूरत अजूनी सैभं गुर प्रसाद मृतक को पायो तन सासा बिशरत आन मिलाया पशु प्रेत मुग्ध भय सरोते हर नामा मुख गाया पूरे गुर की देख वडाई ताकि कीमत कहण न जाई सोग दुख का टाहे ओ डेरा आनंद मंगल विश्रामा मन बांशत फल मिले अचिंता पूरन होए कामा इहाँ सुख आगे मुख उजल मिट गए आवन जाने निरभाव भै हृदय मन वसिया
ਆਪਣੇ ਸਤਿਗੁਰ ਕੈ ਮਨ ਭਾਣੇ। ਉਠਤ ਬੈਠਤ ਹਰ ਗੁਣ ਗਾਵੇ। ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਂ ਕੇ ਪੂਰ ਕਰਮਾ। ਜਾਂ ਕਾ ਗੁਰ ਚਰਨੀ ਮਨ ਲਾਗਾ। ਉਠਤ ਬੈਠਤ ਹਰ ਗੁਣ ਗਾਵੇ। ਦੁਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਂ ਕੇ ਪੂਰ ਕਰਮਾ। ਜਾਂ ਕਾ ਗੁਰ ਚਰਨੀ ਮਨ ਲਾਗਾ। ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ। ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ। ਭੂਲੇ ਮਾਰਗ ਜਿਨੈ ਬਤਾਇਆ। ਭੂਲੇ ਮਾਰਗ ਜਿਨੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਬਾਣੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਬੜੇ ਹੀ ਪਿਆਰ ਦੇ ਨਾਲ ਗੁਰੂ ਕੇ ਕੀਰਤਨੀਏ ਭਾਈ ਸਤਿੰਦਰ ਸਿੰਘ ਜੀ ਸਰਤਾਜ ਉਹਨਾਂ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਇਲਾਹੀ ਗੁਰਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੈ ਚੱਲ ਰਹੀ ਪਾਵਨ ਲੜੀਵਾਰ ਗੁਰਬਾਣੀ ਦੀ ਵਿਚਾਰ ਦਾ। ਮੂਲ ਪਾਠ ਬੜੇ ਹੀ ਪਿਆਰ ਦੇ ਨਾਲ ਗੁਰੂ ਕੇ ਵਜ਼ੀਰ ਪਾਸੋਂ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ
ਨਿਤਨੇਮ ਦੀ ਬਾਣੀ। ਇਸ ਬਾਣੀ ਨੂੰ ਆਪਾਂ ਬੜੇ ਪਿਆਰ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹਦੇ ਹਾਂ। ਔਰ ਇਹ ਗੁਰਬਾਣੀ ਸੋਹਲਾ ਸਾਹਿਬ ਜੀ ਦੀ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ, ਉਸ ਵੇਲੇ ਵੀ ਸ਼ਮਸ਼ਾਨ ਘਾਟ ਉਸ ਮ੍ਰਿਤਕ ਪ੍ਰਾਣੀ ਨੂੰ ਚਿਖਾ ਤਿਆਰ ਕਰਕੇ ਜਦੋਂ ਅੱਗ ਦਿੱਤੀ ਜਾਂਦੀ ਹੈ, ਜਦੋਂ ਅੱਗ ਮੱਚ ਜਾਂਦੀ ਹੈ, ਉਸ ਵੇਲੇ ਸਾਰੇ ਹੀ ਪਰਿਵਾਰ ਦੇ ਜੀਅ ਇਕੱਤਰ ਹੋ ਕੇ ਭਾਈ ਸਾਹਿਬ ਜੀ ਨੂੰ ਕਹਿੰਦੇ, ਭਾਈ ਸਾਹਿਬ ਜੀ ਸੋਹਲਾ ਸਾਹਿਬ ਜੀ ਦਾ ਪਾਠ ਕਰੋ। ਜਾਂ ਉਸ ਸਮੇਂ ਸੋਹਲਾ ਸਾਹਿਬ ਜੀ ਦਾ ਪਾਠ ਆਪਾਂ ਕਰਦੇ ਹਾਂ ਕਿ ਜਦੋਂ ਗੁਰੂ ਘਰ ਦੇ ਵਿੱਚ ਸਮਾਪਤੀ ਹੁੰਦੀ ਹੈ, ਦੀਵਾਨਾਂ ਦੀ ਸਮਾਪਤੀ ਹੋਣ ਤੋਂ ਬਾਅਦ ਜਦੋਂ ਗੁਰੂ ਕਾ ਵਜ਼ੀਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਖ ਆਸਣ ਕਰਦੇ ਨੇ, ਉਸ ਵੇਲੇ ਵੀ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ। ਸੋਹਲਾ ਸਾਹਿਬ ਜੀ ਦਾ ਪਾਠ ਸਾਨੂੰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਯਾਦ ਕਰਾਉਂਦਾ ਹੈ। ਜਿੱਥੇ ਉੱਥੇ ਸਾਨੂੰ ਇਹ ਵੀ ਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜੋ ਅੱਜ ਚਲਾ ਗਿਆ ਨਾ, ਤੇ ਮਤ ਸਮਝਣਾ ਕਿ ਮੇਰੀ ਵਾਰੀ ਨਹੀਂ ਆਵੇਗੀ। ਜਿੱਥੇ ਅਕਾਲ ਪੁਰਖ ਪਰਮਾਤਮਾ ਦੀ ਸਿਫਤਸਲਾਹ ਦਾ ਗੀਤ ਹੈ, ਉਸ ਦੇ ਗੁਣ ਗਾਉਣੇ ਹੈ, ਉੱਥੇ ਸਾਨੂੰ ਇਹ ਸ਼ਬਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਹਲਾ ਸਾਹਿਬ ਜੀ ਦੇ ਪਾਠ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਜਿਹਦਾ ਸੱਦਾ ਆਉਣਾ ਹੈ, ਜਿਹਨੇ ਬੁਲਾਉਣਾ ਹੈ, ਉਸ ਨੂੰ ਯਾਦ ਕਰੀਏ, ਉਹਦਾ ਸਿਮਰਨ ਕਰੀਏ। ਉਹ ਦਿਨ ਸਾਡੇ ਵੀ ਆਉਣ ਵਾਲੇ ਨੇ। ਸੋ ਅੱਜ ਜਿਹੜਾ ਗੁਰੂ ਕੇ ਵਜ਼ੀਰ ਪਾਸੋਂ ਆਪਾਂ ਮੂਲ ਪਾਠ ਸਰਵਣ ਕੀਤਾ ਹੈ, ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਇਹ ਪਾਵਨ ਗੁਰ ਸ਼ਬਦ ਹੈ। ਕਿਉਂਕਿ ਸੋਹਲਾ ਸਾਹਿਬ ਦੇ ਵਿੱਚ ਕੁੱਲ 5 ਸ਼ਬਦ ਹਨ। 3 ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਅਤੇ ਅੱਜ ਚੌਥਾ ਸ਼ਬਦ ਹੈ, ਅਤੇ ਚੌਥੇ ਹੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੈ। ਅਗਲਾ ਜਿਹੜਾ ਗੁਰ ਸ਼ਬਦ ਹੋਵੇਗਾ ਉਹ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ। ਸੋ ਸਤਿਗੁਰੂ ਮਹਾਰਾਜ ਜੋ ਸਾਨੂੰ ਅੱਜ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰੋ, ਅਸੀਸ ਬਖਸ਼ੋ ਕਿ ਜਿੰਨੀ ਕੁ ਮਤ ਬੁੱਧ ਪ੍ਰਦਾਨ ਕੀਤੀ ਹੈ ਮੇਰੇ ਗੁਰੂ ਨੇ, ਗੁਰੂ ਹੀ ਵਿੱਚ ਵਰਤ ਕੇ ਇਹ ਗੁਰ ਸ਼ਬਦ ਦੀ ਵਿਚਾਰ ਆਪ ਹੀ ਕਰਵਾ ਲੈਣ। ਕਿਉਂਕਿ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਅਤੇ ਪਰਮਾਤਮਾ ਦੀ ਮਹਿਮਾ ਵਡਿਆਈ ਕਥਨ ਤੋਂ ਬਾਹਰ ਹੈ। ਜਿੰਨੀ ਕੁ ਮਤ ਬੁੱਧ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਸੋ ਅੱਜ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਬਚਨ ਕਰਦੇ ਨੇ, ਬੜੇ ਪਿਆਰ ਦੇ ਨਾਲ ਆਪਾਂ ਗੁਰੂ ਕੇ ਸ਼ਬਦ ਨਾਲ ਜੁੜੀਏ। ਮਨ ਬਿਰਤੀਆਂ ਨੂੰ ਇਕਾਗਰ ਕਰੋ। ਇੱਕ ਵਾਰ ਬੜੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਸ਼ਬਦ ਦਾ ਸਿਰਲੇਖ ਹੈ ਰਾਗ ਗੌੜੀ ਪੂਰਬੀ। ਗੌੜੀ ਪੂਰਬੀ ਇਹ ਰਾਗ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਇਹ ਪਾਵਨ ਗੁਰ ਸ਼ਬਦ ਹੈ।
ਗੌੜੀ ਰਾਗ ਦੇ ਵਿੱਚ ਗੌੜੀ ਦੀਪਕੀ, ਗੌੜੀ ਪੂਰਬੀ, ਗੌੜੀ ਗਵਾਰੇ ਦੀ ਵੱਖ-ਵੱਖ ਇਹ ਜਾਤੀਆਂ ਹਨ। ਜਦੋਂ ਇਹਨੂੰ ਪੜ੍ਹਨਾ ਹੈ ਧਿਆਨ ਰੱਖਣਾ, ਰਾਗ ਗੌੜੀ ਨਹੀਂ, ਰਾਗ ਥੋੜ੍ਹਾ ਜਿਹਾ ਰੁਕ ਕੇ, ਰਾਗ ਗੌੜੀ ਪੂਰਬੀ, ਮਹੱਲਾ ਚੌਥਾ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਹਨ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇਵ ਮੰਡਲ ਮੰਡਾ ਹੈ। ਇਹ ਦੋ ਪੰਕਤੀਆਂ ਤੋਂ ਜਿਹੜੀਆਂ ਅਗਲੀਆਂ ਪੰਕਤੀਆਂ ਹਨ ਉਹ ਰਹਾਉ ਦੀਆਂ ਹਨ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜਿੱਥੇ ਤੂੰ ਮਿਲਾਪ ਕਰਨਾ ਹੈ, ਉੱਥੇ ਪਹਿਲਾਂ ਸਾਨੂੰ ਲੋੜ ਹੈ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ। ਜਦੋਂ ਅਸੀਂ ਮੱਥਾ ਟੇਕਦੇ ਹਾਂ ਤੇ ਆਪਣੇ ਦੋਵੇਂ ਹੱਥ ਜੁੜੇ ਹੋਣੇ ਚਾਹੀਦੇ ਹਨ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਸਾਧੂ ਕੌਣ ਹੈ? ਸਾਧੂ ਜਿਸ ਗੁਰੂ ਸਵਾਰਿਓ, ਗੁਰੂ ਦਰਬਾਰ ਵਿੱਚ ਆਏ ਹੋ, ਚਰਨਾਂ ਵਿੱਚ ਬੈਠੇ ਹੋ ਨਾ, ਇਹ ਤੋਂ ਵੱਡਾ ਸਾਧੂ ਕੋਈ ਨਹੀਂ ਆ। ਸਾਧੂ ਦਾ ਅਰਥ ਹੈ ਗੁਰੂ। ਕਰ ਸਾਧੂ ਅੰਜਲੀ, ਕਿਹਨੂੰ ਅੰਜਲੀ ਕਰਨੀ ਆ? ਦੋਵੇਂ ਹੱਥ ਜੋੜ ਕੇ ਆਪਣੇ ਗੁਰੂ ਨੂੰ। ਸ਼ਬਦ ਗੁਰੂ, ਬਾਣੀ ਗੁਰੂ ਹੈ। ਇਸ ਵੇਲੇ ਹਾਜ਼ਰਾ ਹਜ਼ੂਰ, ਜਹਰਾ ਜ਼ਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਾਂ ਚਰਨਾਂ ਵਿੱਚ ਬੈਠੇ ਹਾਂ, ਸਤ ਸੰਗਤ ਕਰ ਰਹੇ ਹੋ ਨਾ। ਅਤੇ ਜਦੋਂ ਮੱਥਾ ਟੇਕਦੇ ਹਾਂ ਬੜੇ ਪਿਆਰ ਅਤੇ ਅਦਬ ਸਤਿਕਾਰ ਦੇ ਨਾਲ। ਕਈ ਵਾਰ ਸੰਗਤ ਬਹੁਤ ਹੁੰਦੀ ਹੈ, ਜਿਵੇਂ ਐਤਵਾਰ ਵਾਲਾ ਦਿਨ ਹੋਵੇ ਜਾਂ ਹੋਰ ਕੋਈ ਗੁਰਪੁਰਬ ਹੋਵੇ, ਅਤੇ ਭਾਈ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹਦਾਇਤ ਵੀ ਕਰਦੇ ਨੇ ਕਿ ਰਾਮ ਦੇ ਨਾਲ ਕਾਹਲੀ ਨਾ ਕਰੋ, ਬੜੇ ਪਿਆਰ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆਏ ਹਾਂ, ਮੱਥਾ ਟੇਕੋ ਚੰਗੀ ਤਰ੍ਹਾਂ। ਮੱਥਾ ਟੇਕਣਾ, ਜਦੋਂ ਗੁਰੂ ਚਰਨਾਂ ਵਿੱਚ ਆਪਾਂ ਸੀਸ ਝੁਕਾਉਣਾ ਹੈ ਬੜੇ ਪਿਆਰ ਦੇ ਨਾਲ। ਕਈ ਗੁਰਮੁਖ ਪਿਆਰਿਆਂ ਨੂੰ ਵੇਖਿਆ ਹੈ ਮੱਥਾ ਟੇਕਦਿਆਂ ਕਿ ਇਸ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਉਹ ਲੇਟ ਜਾਂਦੇ ਨੇ। ਇਹ ਦੋ ਪੰਕਤੀਆਂ ਨੇ ਪਾਤਸ਼ਾਹ ਜੀ ਨੇ ਜੋ ਰਹਾਉ ਦੀਆਂ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਦੋ ਵਾਰ ਪੁੰਨ ਵੱਡਾ ਹੈ, ਪੁੰਨ ਵੱਡਾ ਹੈ ਦੋ ਵਾਰ। ਭਾਈ ਇਹ ਤੋਂ ਵੱਡਾ ਹੋਰ ਕੋਈ ਭਲਾ ਕਰਮ ਨਹੀਂ ਹੈ। ਜੇ ਗੁਰੂ ਚਰਨਾਂ ਵਿੱਚ ਆਇਆ ਹੈ ਤੇ ਗੁਰੂ ਦੇ ਚਰਨਾਂ ਵਿੱਚ ਬੜੇ ਪਿਆਰ ਦੇ ਨਾਲ ਆ ਕੇ ਦੋਵੇਂ ਹੱਥ ਜੋੜ ਕੇ ਅੰਜਲੀ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰ। ਆਪਣੀਆਂ ਚਤਰਾਈਆਂ, ਆਪਣੀਆਂ ਚਲਾਕੀਆਂ, ਆਪਣੀਆਂ ਸਿਆਣਪਾਂ ਛੱਡ ਕੇ ਗੁਰੂ ਨੂੰ ਸਮਰਪਿਤ ਹੋ ਜਾ। ਮੱਥਾ ਟੇਕਣਾ ਤੋਂ ਭਾਵ ਕੀ ਹੈ? ਇਹ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤੇਰੇ ਚਰਨਾਂ ਵਿੱਚ ਆਏ ਹਾਂ, ਹੁਣ ਜਿਵੇਂ ਤੁਸੀਂ ਰੱਖੋਗੇ ਉਸ ਤਰੀਕੇ ਨਾਲ ਰਵਾਂਗੇ। ਅਸੀਂ ਅਰਦਾਸ ਬੇਨਤੀ ਕਰਦੇ ਹਾਂ ਅਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਦੋਵੇਂ ਹੱਥ ਜੋੜ ਕੇ ਅੰਜਲੀ ਉਸ ਗੁਰੂ ਦੇ ਚਰਨਾਂ ਵਿੱਚ ਆ ਕੇ ਇਹ ਬੇਨਤੀ ਕਰ। ਇਹ ਬੜਾ ਭਲਾ ਕਰਮ ਹੈ। ਕਰ ਡੰਡੌਤ, ਡੰਡੌਤ ਤੋਂ ਭਾਵ ਹੈ ਡੰਡੇ ਵੱਤ ਲੰਮੇ ਪੈ ਕੇ। ਡੰਡਾ ਧਰਤੀ 'ਤੇ ਰੱਖ ਦੇਵੋ, ਸਿੱਧਾ ਲੰਮੇ ਪੈ ਜਾਂਦਾ। ਇਸ ਤਰ੍ਹਾਂ ਗੁਰੂ ਕੋਲ ਆ ਕੇ ਇਸ ਤਰ੍ਹਾਂ ਤੂੰ ਆ ਕੇ ਆਪਾ ਭਾਵ ਗਵਾ ਕੇ ਗੁਰੂ ਨੂੰ ਸਮਰਪਿਤ ਹੋਵੇਗਾ ਅਤੇ ਇਹ ਬੜਾ ਤੇਰੇ ਵਾਸਤੇ ਚੰਗਾ ਭਲਾ ਕਰਮ ਹੈ। ਇਹ ਤੋਂ ਵਧੀਆ ਹੋਰ ਕੋਈ ਕਰਮ ਨਹੀਂ ਹੈ। ਕਿਉਂ? ਕਿਉਂਕਿ ਜਿਸ ਗੁਰੂ ਨੇ ਇੰਨੀ ਵੱਡੀ ਬਖਸ਼ਿਸ਼ ਰਹਿਮਤ ਕੀਤੀ ਹੈ, ਆ ਤੁਸੀਂ ਆਏ ਜੋ ਰੋਜ਼ਾਨਾ ਸਤ ਸੰਗਤ ਵਿੱਚ ਆਉਂਦੇ ਹੋ, ਗੁਰੂ ਚਰਨਾਂ ਵਿੱਚ ਆਉਂਦੇ ਹੋ ਨਾ, ਅਤੇ ਮਤ ਸਮਝਣਾ ਇਹ ਗੁਰੂ ਦੀ ਤੁਹਾਡੇ 'ਤੇ ਕਿਰਪਾ ਹੈ, ਬਖਸ਼ਿਸ਼ ਹੈ। ਹੋਰ ਬਥੇਰੇ ਲੱਖਾਂ ਹਜ਼ਾਰਾਂ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ।
ਇਹ ਤੁਸੀਂ ਸਤ ਸੰਗਤ ਵਿੱਚ ਆਏ ਹੋ, ਇਹ ਆ ਕੇ ਗੁਰੂ ਨੂੰ ਸਮਰਪਿਤ ਹੋ ਜਾਓ। ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਰਹਿਮਤਾਂ ਕਰਦੇ ਨੇ ਨਾ, ਉਹ ਆਪਣੇ ਜੀਵਨ ਵਿੱਚ ਵੀ ਲਿਆਓ। ਜਿਵੇਂ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ, ਉਹਨਾਂ ਨੂੰ ਆਪਣੇ ਜੀਵਨ ਵਿੱਚ ਵੀ ਲਾਗੂ ਕਰਨਾ। ਅੱਜ ਕੀ ਕਹਿ ਰਹੇ ਨੇ ਗੁਰੂ ਸਾਹਿਬ ਜੀ ਪਹਿਲੀਆਂ ਪੰਕਤੀਆਂ ਦੇ ਅੰਦਰ? ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ। ਹੈ ਕਾਮ ਦੇ ਮੰਮੇ ਨੂੰ ਸਿਹਾਰੀ ਹੈ, ਕ੍ਰੋਧ ਦੇ ਧੱਦੇ ਨੂੰ ਸਿਹਾਰੀ ਹੈ। ਕਾਮ ਵਾਸਨਾ ਦੇ ਨਾਲ, ਕ੍ਰੋਧ ਦੇ ਨਾਲ ਨਗਰ ਕੀ ਹੈ? ਆ ਸਾਡਾ ਸਰੀਰ, ਆ ਸਾਡਾ ਹਿਰਦਾ ਜਿਹੜਾ ਅੰਦਰ ਹੈ ਨਾ, ਕਾਮ ਵਾਸਨਾ ਦੇ ਨਾਲ, ਕ੍ਰੋਧ ਦੇ ਨਾਲ ਨੱਕਾ ਨੱਕ ਭਰਿਆ ਪਿਆ, ਬਹੁ ਭਰਿਆ। ਇਸ ਦੇਹੀ ਦੇ ਅੰਦਰ ਪਾਤਸ਼ਾਹ ਜੀ ਨੇ ਬਹੁ ਭਰਿਆ, ਕਾਮ ਕ੍ਰੋਧ ਆਦਿਕ ਵਿਕਾਰ ਜਿਹੜੇ ਨੇ ਇਹਦੇ ਨਾਲ ਇਹ ਭਰਿਆ ਪਿਆ। ਜਦੋਂ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਆ ਨਾ ਆਪਾਂ, ਕਾਮ ਵਾਸਨਾ ਤੇ ਕ੍ਰੋਧ ਦੇ ਬਾਰੇ, ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਹਿ ਸਕ੍ਰਿਤੀ ਦੇ ਵਿੱਚ ਇਕੱਠੇ ਹੀ ਵਿਕਾਰਾਂ ਬਾਰੇ ਬਚਨ ਆਉਂਦੇ ਨੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ। ਹੇ ਕਾਮ, ਤੂੰ ਤੇ ਨਰਕਾਂ ਦੇ ਵਿੱਚ ਪਹੁੰਚਾ ਦਿੰਦਾ, ਨਰਕ ਵਰਗਾ ਜੀਵਨ ਕਰ ਦਿੰਦਾ, ਨਰਕਗਾਮੀ। ਬਹੁਤ ਜੋਨੀ ਭਰਮਾਵਣੇ, ਬਹੁਤ ਜੂਨਾਂ ਦੇ ਵਿੱਚ ਤੂੰ ਭਟਕਾਉਣ ਵਾਲਾ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭਰਮਾਵਣੇ, ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਣੈ। ਤੂੰ ਅੰਦਰ ਦਾ ਚਿੱਤ ਜਿਹੜਾ ਹਿਰਦਾ ਉਹਨੂੰ ਚਰਾ ਲੈਣਾ। ਤ੍ਰੈ ਲੋਕ ਗਮਯੰ, ਚਿਤ ਹਰਣੰ ਤ੍ਰੈ ਲੋਕ ਗਮਯੰ। ਤਿੰਨਾਂ ਲੋਕਾਂ ਦੇ ਵਿੱਚ ਤੇਰੀ ਪਹੁੰਚ ਹੈ, ਗਮਤਾ ਹੈ, ਕੋਈ ਜੀਵ ਬਚਿਆ ਨਹੀਂ ਹੈ। ਜਪ ਤਪ ਸੀਲ ਬਿਦਾਰਣੈ। ਜਪ ਤਪ ਜਿਹੜਾ ਏ, ਸੀਲ ਚੰਗਾ ਆਚਰਣ, ਸਾਊ ਪੂਣਾ ਜਿਹੜਾ ਏ, ਇਹਨੂੰ ਬਿਦਾਰਨੇ ਤੂੰ ਨਸ਼ਟ ਤੇ ਭ੍ਰਸ਼ਟ ਕਰ ਦਿੰਦਾ, ਖਤਮ ਕਰ ਦਿੰਦਾ। ਸ਼ੁਭ ਗੁਣਾਂ ਨੂੰ ਖਤਮ ਕਰ ਦਿੰਦਾ, ਅੰਦਰ ਨੂੰ ਤਬਾਹ ਕਰ ਦਿੰਦਾ। ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣੈ। ਅਲਪ ਸੁਖ, ਕਾਮ ਦਾ ਕੀ ਹੈ? ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇਂ। ਇੱਕ ਪਲ ਵਾਸਤੇ ਕਾਮ ਵਾਸਨਾ ਦੇ ਨਾਲ ਫਿਰ ਮਨੁੱਖ ਬੜਾ ਦੁਖੀ ਹੁੰਦਾ ਹੈ। ਮਹਾਰਾਜ ਕਹਿੰਦੇ, ਘੜੀ ਮੋਹ ਤਰੰਗ ਮਾਣੈ, ਫਿਰ ਬਹੁਰ ਬਹੁਰ ਪਛਤਾਵੇਂ। ਇੱਕ ਘੜੀ, ਇੱਕ ਪਲ ਤੂੰ ਇਸ ਸਵਾਦ ਦੇ ਨਾਲ ਫਿਰ ਪਛਤਾਉਂਦਾ ਹੈ। ਕਦੀ ਸੋਚਿਆ? ਇਹ ਕਾਮ ਜਿਹੜਾ ਹੈ ਨਾ, ਕਾਮ ਵਾਸਨਾ, ਸਤਿਗੁਰ ਮਹਾਰਾਜ ਜੀ ਨੇ ਸਾਨੂੰ ਇਹ ਪੰਜਾਂ ਹੀ ਵਿਕਾਰਾਂ ਨੂੰ ਆਪਣੇ ਅਧੀਨ ਕਰਨ ਦਾ ਉਪਦੇਸ਼ ਦਿੱਤਾ, ਕਾਬੂ ਕਰਨ ਦਾ ਉਪਦੇਸ਼ ਦਿੱਤਾ ਹੈ। ਪਰ ਇਹਨੂੰ ਕਾਬੂ ਕਿਵੇਂ ਕਰਾਂਗੇ? ਆਪਣੇ ਵੱਸ ਦੀ ਗੱਲ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਥੇ ਪਾਤਸ਼ਾਹ ਜੀ ਨੇ ਪਹਿਲੇ ਦੋ ਵਿਕਾਰ ਦੱਸੇ ਨੇ, ਕਾਮ ਤੇ ਕ੍ਰੋਧ। ਤੇ ਅੱਗੇ ਚੱਲ ਕੇ ਹਉਮੈ ਦਾ ਉਹ ਵੀ ਬਚਨ ਆਏਗਾ, ਹਉਮੈ ਦਾ ਕੰਡਾ, ਅਹੰਕਾਰ। ਪਰ ਸਤਿਗੁਰ ਮਹਾਰਾਜ ਕਹਿੰਦੇ ਇਹ ਦੋ ਜਿਹੜੇ ਵਿਕਾਰ ਨੇ ਨਾ, ਦੋ ਕਾਮ ਤੇ ਕ੍ਰੋਧ, ਇਹ ਸਰੀਰ ਨੂੰ ਨਿਰਬਲ ਕਰ ਦਿੰਦੇ ਨੇ, ਗਾਲ ਦਿੰਦੇ ਨੇ। ਕਾਮ ਕ੍ਰੋਧ ਕਾਇਆ ਕਉ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਜਿਵੇਂ ਸੁਨਿਆਰੇ ਕੋਲ ਜਾਓ ਨਾ, ਉਹ ਕਠਾਲੀ ਦੇ ਵਿੱਚ ਸੁਹਾਗਾ ਪਾ ਕੇ ਤੇ ਸੋਨੇ ਨੂੰ ਸੁੱਧ ਕਰ ਦਿੰਦਾ, ਸਾਫ ਮੈਲ ਕੱਢ ਦਿੰਦਾ, ਨਿਰਬਲ ਕਰ ਦਿੰਦਾ ਹੈ, ਗਾਲ ਦਿੰਦਾ ਹੈ, ਸੋਨੇ ਨੂੰ ਗਾਲ ਦਿੰਦਾ। ਉਹਦੇ ਵਿੱਚੋਂ ਮਿਲਾਵਟ ਕੱਢਣ ਵਾਸਤੇ, ਮੈਲ ਕੱਢਣ ਵਾਸਤੇ ਉਹਦੇ ਵਿੱਚ ਸੁਹਾਗਾ ਪਾਇਆ ਜਾਂਦਾ ਹੈ, ਉਹ ਫਿਰ ਗਲ ਜਾਂਦਾ ਹੈ, ਉਹਨੂੰ ਵੱਖ ਕਰ ਲੈਂਦੇ, ਸੁੱਧ ਸੋਨਾ ਜਿਹੜਾ। ਇਵੇਂ ਇਹ ਸਾਡੇ ਸਰੀਰ ਨੂੰ ਅੰਦਰੋਂ ਗਾਲ ਦਿੰਦਾ, ਨਿਰਬਲ ਕਰ ਦਿੰਦਾ, ਕਮਜ਼ੋਰ ਕਰ ਦਿੰਦਾ, ਕਾਮ ਵੀ ਤੇ ਕ੍ਰੋਧ ਵੀ।
ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੈ। ਇਹ ਤੋਂ ਕੋਈ ਬਚਿਆ ਨਹੀਂ ਹੈ। ਉੱਚੇ ਵੱਡੇ ਸਭ ਨੀਵੇਂ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਤੇ ਬਚਣ ਦਾ ਢੰਗ ਅੱਗੇ ਪਾਤਸ਼ਾਹ ਜੀ ਦੱਸਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ, ਵੀ ਇਹਦਾ ਜਿਹੜਾ ਡਰ ਹੈ ਨਾ, ਇਹ ਕਿਸੇ ਤੋਂ ਨਹੀਂ ਡਰਦੇ। ਇਹ ਡਰਦੇ ਨੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ, ਸਿਮਰਨ ਕਰਾਂਗੇ, ਗੁਰੂ ਕੋਲ ਆਵਾਂਗੇ, ਗੁਰੂ ਦੀ ਗੱਲ ਨੂੰ ਮੰਨਾਂਗੇ। ਹੁਣ ਅੰਮ੍ਰਿਤਪਾਨ ਜਦੋਂ ਕਰਦੇ ਹਾਂ, ਅੰਮ੍ਰਿਤ ਛਕਦੇ ਹਾਂ ਨਾ, ਇਸੇ ਵਾਸਤੇ ਪੰਜ ਪਿਆਰੇ ਸਾਹਿਬਾਨ ਗੁਰੂ ਦੀ ਹਜ਼ੂਰੀ ਵਿੱਚ ਸਾਨੂੰ ਕਾਮ ਦੇ ਬਾਰੇ, ਜਿੱਥੇ ਨਸ਼ਿਆਂ ਬਾਰੇ, ਜਿੱਥੇ ਪੁਰਸ਼ ਪਰ ਇਸਤਰੀ ਦੇ ਸੰਗ ਬਾਰੇ, ਇਹ ਸਾਰਾ ਕੁਝ ਦੱਸਦੇ ਨੇ। ਵਿਚਾਰ ਬੱਜਰ ਕਰੈਤਾਂ ਨੇ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਇਹ ਬੱਜਰ ਕਰੈਤਾਂ ਨਹੀਂ ਕਰਨੀਆਂ। ਤੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਕਾਮ ਜਿਹੜਾ ਐਸਾ ਹੈ, ਇਹਦੇ ਤੋਂ ਆਪਣੇ ਆਪ ਮਨੁੱਖ ਕੋ ਨਹੀਂ ਬਚਿਆ ਜਾ ਸਕਦਾ। ਜਦੋਂ ਕੋਈ ਗੁਰੂ ਦੇ ਕੋਲ ਆਵੇ, ਗੁਰੂ ਵਾਲਾ ਬਣੇ, ਸਤ ਸੰਗਤ ਕਰੇ, ਗੁਰੂ ਦੇ ਬਚਨਾਂ ਨੂੰ ਸੁਣੇ ਤੇ ਸੁਣ ਕੇ ਮਨ ਵਿੱਚ ਵਸਾਵੇ, ਤੇ ਗੁਰੂ ਦੇ ਚਰਨਾਂ ਵਿੱਚ ਜਦੋਂ ਆਉਂਦੇ ਤੇ ਕਰ ਅੰਜਲੀ ਪੁੰਨ ਵੱਡਾ ਹੈ, ਕਰ ਨੜੌਤ ਪੁੰਨ ਵੱਡਾ। ਜਿੱਥੇ ਅਸੀਂ ਹੋਰ ਦੁਨਿਆਵੀ ਧਨ ਪਦਾਰਥ ਮੰਗਦੇ, ਅਰਦਾਸਾਂ ਬੇਨਤੀ ਕਰਦੇ ਹਨ, ਉੱਥੇ ਗੁਰੂ ਦੇ ਚਰਨਾਂ ਵਿੱਚ ਪਾਤਸ਼ਾਹ ਜੀ ਕਿਰਪਾ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਾਨੂੰ ਸਿੱਧੇ ਰਸਤੇ ਪਾਉਣਾ, ਇਹਨਾਂ ਤੋਂ ਬਚਾ ਕੇ ਰੱਖਣਾ। ਮਹਾਰਾਜ ਫਿਰ ਅੱਗੇ ਬਚਨ ਕਰਦੇ ਨੇ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੇ, ਤਬ ਭੈ ਵਿਮੁੰਚਤ ਸਾਧ ਸੰਗ ਓਟ ਨਾਨਕ ਨਾਰਾਇਣੇ। ਤਬ ਭੈ ਵਿਮੁੰਚਤ, ਤੇਰਾ ਜਿਹੜਾ ਡਰ ਹੈ ਉਹਨੂੰ ਖਤਮ ਕੀਤਾ ਜਾ ਸਕਦਾ ਹੈ ਸਤ ਸੰਗਤ ਵਿੱਚ ਆ ਕੇ, ਗੁਰੂ ਕੋਲ ਆ ਕੇ। ਤਬ ਭੈ ਵਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣੇ। ਇੱਥੇ ਜਿਹੜਾ ਗੁਰੂ ਕੋਲੋਂ ਆ ਜਾਂਦਾ ਹੈ, ਉਹ ਆਸਰਾ ਕਿਹਦਾ ਲੈਂਦਾ ਹੈ? ਨਾਰਾਇਣ ਅਕਾਲ ਪੁਰਖ ਪਰਮਾਤਮਾ ਦਾ, ਉਹਨੂੰ ਸਹਾਰਾ ਮਿਲ ਜਾਂਦਾ ਹੈ। ਗੁਰੂ ਕੋਲ ਆ ਕੇ ਅਸੀਂ ਤੇ ਗੁਰੂ ਦੇ ਬਚਨਾਂ ਨੂੰ ਕਿਤੇ ਮੰਨ ਲਈਏ ਨਾ, ਗੁਰੂ ਦੀ ਮੱਤ ਤੇ ਚੱਲ ਜਾਈਏ, ਇੰਨਾ ਵਿਸ਼ਵਾਸ ਸਾਡਾ ਭਰੋਸਾ ਗੁਰੂ ਦੇ ਉੱਪਰ ਵੱਜ ਜਾਵੇ ਕਿ ਗੁਰੂ ਜੀ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ ਹੈ, ਤੁਸੀਂ ਹੀ ਸਭ ਕੁਝ ਕਰੋ, ਤੁਸੀਂ ਕਰਨ ਕਾਰਨ ਸਮਰੱਥ ਹੋ, ਮੈਨੂੰ ਭਾਵੇਂ ਰੱਖ ਲਓ, ਮੈਨੂੰ ਭਾਵੇਂ ਮਾਰ ਲਓ। ਅਸੀਂ ਥਿੜਕ ਜਾਂਦੇ ਹਾਂ, ਅਸੀਂ ਘਬਰਾ ਜਾਂਦੇ ਹਾਂ। ਜਿਹੜਾ ਸਤ ਸੰਗਤ ਕਰੇਗਾ ਨਾ, ਉਹ ਤਰ ਜਾਵੇਗਾ, ਉਹ ਇਹਨਾਂ ਵਿਕਾਰਾਂ ਦੀ ਦਲਦਲ ਵਿੱਚ ਕਦੇ ਨਹੀਂ ਫਸੇਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਉਹ ਜੀਵਨ ਵਧੀਆ ਹੋ ਗਿਆ, ਬਚ ਗਿਆ ਵਿਕਾਰਾਂ ਦੀ ਦਲਦਲ ਤੋਂ। ਇਵੇਂ ਥੋੜ੍ਹਾ ਅਸੀਂ ਗੁਰੂ ਦੇ ਬਚਨ ਇਹਨਾਂ ਨੂੰ ਦ੍ਰਿੜ ਕਰਕੇ ਤੇ ਇਹਨਾਂ ਦੇ ਅਨੁਸਾਰ ਚੱਲਣਾ ਸੀ, ਪਰ ਅਸੀਂ ਪੜ੍ਹੀ ਬਾਣੀ ਪੜ੍ਹੀ ਹੈ, ਸੁਣੀ ਵੀ ਹੈ, ਪਰ ਆਪਣੇ ਮਨ ਦੇ ਵਿੱਚ ਵਸਾ ਕੇ ਮਨ ਨੂੰ ਕਾਬੂ ਨਹੀਂ ਕੀਤਾ। ਜਿਨ੍ਹਾਂ ਨੇ ਕੀਤਾ ਉਹਨਾਂ ਦੇ ਅਧੀਨ ਹੋ ਜਾਂਦੇ ਨੇ ਇਹ ਵਿਕਾਰ। ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਵਸ ਵਿੱਚ ਕਰ ਲਿਆ ਜਾਂਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈ ਨਾ, ਇਹ ਪੰਜੇ ਹੀ ਫਿਰ ਜਦੋਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਤੇ ਉਸ ਮਨੁੱਖ ਦੇ ਅੱਗੇ ਇਹ ਟਹਿ ਪੈਣਗੇ। ਕਦੇ ਇਹਨਾਂ ਦੇ ਅਸੀਂ ਤਾਂ ਮਨ ਜਿਹੜਾ ਏ ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਕਰਕੇ ਬੈਠੇ ਹਾਂ। ਜਦੋਂ ਨਾਮ ਜਪਾਂਗੇ, ਜਦੋਂ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਾਂਗੇ, ਤੇ ਫਿਰ ਭਾਈ ਉਹ ਪਰਮਾਤਮਾ ਵੀ ਯਾਦ ਆਵੇਗਾ, ਤੇ ਫਿਰ ਇਹ ਜਿਹੜੇ ਵਿਕਾਰ ਨੇ ਇਹ ਦੁਖੀ ਨਹੀਂ ਕਰਨਗੇ, ਕਾਮ ਕ੍ਰੋਧ ਸਤਾਏਗਾ ਨਹੀਂ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, पर बेटी को बेटी जाने, पर स्त्री को मात बखाने, अपन स्त्री सो रत होई, रहतवंत गुर का सिख सोई। पर इत्थे ते हालात ये है, गुरु साहिब जी महाराज सच कह रहे ने, अपनी घरवाली दे नाल तू लाड भाव हाव कर, पर ओदा शुक्र भी कर।
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਚਨ ਹੈ, ਸ੍ਰੀ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ। ਮੋਹਣੀ ਮੁਖ ਮਣੀ ਸੋਹੈ, ਹੀਰਿਆਂ ਨਾਲ ਜਿਹੜਾ ਪਲੰਗ ਹੈ, ਜਿੱਥੇ ਵਿਸਰਾਮ ਕਰਨਾ ਸੌਣਾ ਹੈ, ਉਹ ਜੜੇ ਹੋਣ ਤੇ ਆਪਣੀ ਇਸਤਰੀ ਦੇ ਨਾਲ ਮੈਂ ਹਾਵ ਭਾਵ ਕਰਾਂ, ਲਾਡ ਪਿਆਰ ਕਰਾਂ। ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਇਹ ਕੁਝ ਵੇਖ ਕੇ ਮਤਾ ਮੈਂ ਪਰਮਾਤਮਾ ਤੈਨੂੰ ਭੁੱਲ ਜਾਵਾਂ, ਤੇਰਾ ਨਾਮ ਮੇਰੇ ਚਿੱਤ ਵਿੱਚ ਨਾ ਵਸੇ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਗੁਰੂ ਸਾਹਿਬ ਜੀ ਦਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਤੇ ਅੱਗੇ ਪੜ੍ਹੋ, ਸੁੰਦਰ ਨਾਰੀ ਅਨਕ ਪ੍ਰਕਾਰੀ, ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ। ਆਪਣੀ ਘਰਵਾਲੀ ਨੂੰ ਛੱਡ ਕੇ ਤੇ ਪਰਾਏ ਘਰ ਨੂੰ ਵੇਖਣਾ। ਬੁਰਾ ਭਲਾ ਨਹੀਂ ਸੁਝੀ ਹੈ, ਬੁਰਾ ਕੀ ਹੈ ਤੇ ਮਾੜਾ ਕੀ ਹੈ, ਭਲਾਈ ਕੀ ਹੈ ਤੇ ਬੁਰਾਈ ਕੀ ਹੈ, ਇਹਦੀ ਸਮਝ ਨਹੀਂ ਹੈ। ਇਹ ਤੇ ਗੁਰੂ ਜੀ ਸਮਝਾਉਣਗੇ। ਬੜੇ ਸ਼ਬਦ ਪੜ੍ਹਿਆ ਏ। ਮਹਾਰਾਜ ਕਹਿੰਦੇ ਵੀ ਆਪਣੇ ਘਰ ਵਾਲੀ ਨੂੰ ਛੱਡ ਕੇ ਉਹਦੇ ਨਾਲ ਹਾਵ ਭਾਵ ਕਰਨਾ ਸੁੰਦਰ ਹੈ, ਸੋਹਣੀ ਹੈ, ਪਰ ਤੂੰ ਦੂਜੇ ਪਾਸੇ ਜਾ ਰਿਹਾ। ਪਰ ਗ੍ਰਹਿ ਬਿਕਾਰੀ, ਪਰਾਇਆ ਪਰ ਗ੍ਰਹਿ ਦੂਸਰੇ ਦੇ ਘਰ, ਇਹ ਵਿਕਾਰ ਹੈ, ਇਹ ਕਾਮ ਵਾਸਨਾ ਹੈ। ਇਹਦੇ ਨਾਲ ਸਾਡਾ ਸਰੀਰ ਭਰਿਆ ਹੋਇਆ ਏ। ਇਹਨੂੰ ਖੰਡਲ ਖੰਡਾ ਕਰਨਾ ਸੀ। ਕਿਵੇਂ ਕਰਨਾ ਸੀ? ਗੁਰੂ ਨੇ ਕਰਨਾ ਸੀ। ਮਿਲ ਸਾਧੂ ਖੰਡਲ ਖੰਡਾ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਮਨੁੱਖ ਨੂੰ ਜਦੋਂ ਪਤਾ ਲੱਗੇਗਾ ਕਿ ਪਰਮਾਤਮਾ ਮੈਨੂੰ ਵੇਖਦਾ ਏ, ਮੈਂ ਜੋ ਕੁਝ ਕਰ ਰਿਹਾ ਉਹ ਵੇਖਦਾ ਏ, ਫਿਰ ਕਦੀ ਇਹ ਬੁਰਾ ਕਰਮ ਨਹੀਂ ਕਰੇਗਾ। ਕਦੀ ਕਾਮ ਵਾਸਨਾ, ਇਹ ਵਿਕਾਰ ਉਹਦੇ 'ਤੇ ਹਾਵੀ ਨਹੀਂ ਆਉਣਗੇ। ਪਰ ਜੇ ਸਾਨੂੰ ਪਤਾ ਨਹੀਂ, ਤੇ ਜਦੋਂ ਗੁਰੂ ਦੀ ਬਾਣੀ ਪੜ੍ਹਦੇ ਤੇ ਫਿਰ ਸਾਨੂੰ ਪਤਾ ਲੱਗਦਾ। ਇਹ ਗੁਰੂ ਦੀ ਮੱਤ ਹੈ। ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਇਹ ਪੜਦੇ ਤੇ ਹੁਣ ਓਲੇ ਤੂੰ ਇੱਕ ਕੁਕਰਮ ਕਰ ਰਿਹਾ ਏ, ਪਰ ਇਹ ਤੋਂ ਤੈਨੂੰ ਬਚ ਨਹੀਂ ਸਕਦਾ। ਉਹ ਵੇਖਦਾ ਹੈ। ਇਹ ਤੇ ਬਚਨ ਪੜ੍ਹਦੇ ਆ, ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਤੇ ਸਾਨੂੰ ਸੁਣਦਾ ਵੀ ਹੈ, ਜੋ ਕਰਮ ਕਰਦੇ ਆ ਉਹ ਵੇਖਦਾ ਵੀ ਹੈ। ਇਹ ਗੁਰੂ ਜੀ ਦੱਸਦੇ ਹਨ। ਗੁਰੂ ਦੀ ਸੰਗਤ ਵਿੱਚ ਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹਨੂੰ ਖੰਡਲ ਖੰਡਾ ਕਰਨਾ, ਭਾਵ ਖੰਡ ਦੇਣਾ, ਟੁਕੜੇ ਕਰ ਦੇਣਾ। ਗੁਰੂ ਸਾਹਿਬ ਜੀ ਦਾ, ਮਹਾਰਾਜ ਜੀ ਦਾ ਬਚਨ ਹੈ, ਭਾਈ ਜਦੋਂ ਗੁਰੂ ਕੋਲ ਆਵਾਂਗੇ ਨਾ, ਤੇ ਗੁਰੂ ਪਰਮਾਤਮਾ ਨੂੰ ਤੇਰੇ ਹਿਰਦੇ ਘਰ ਦੇ ਅੰਦਰ ਹੀ ਵਿਖਾ ਦੇਵੇਗਾ। ਪਰਮਾਤਮਾ ਦੂਰ ਨਹੀਂ ਹੈ। ਪਰਮਾਤਮਾ ਸਾਡੇ ਨਾਲ ਹੈ, ਸਾਡੇ ਅੰਦਰ ਹੈ, ਅੰਤਰਜਾਮੀ ਹੈ। ਉਹ ਜਿਹੜਾ ਅੰਦਰ ਹੈ ਨਾ, ਅੰਦਰ ਦੀਆਂ ਜਾਣਨ ਵਾਲਾ, ਉਹ ਅੰਦਰ ਹੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਐਡੀ ਵੱਡੀ ਬਖਸ਼ਿਸ਼ ਰਹਿਮਤ ਹੈ, ਦੇਖੋ ਆਚਰਜ ਭਇਆ, ਜਿਹ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਉਹ ਗੁਰੂ ਨੇ ਹਿਰਦੇ ਘਰ ਵਿੱਚ ਵਿਖਾ ਦਿੱਤਾ ਪਰਮਾਤਮਾ, ਜਿਸ ਪਰਮਾਤਮਾ ਠਾਕਰ ਨੂੰ ਇਹ ਸਮਝਦੇ ਸਾਂ ਕਿ ਇਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ, ਉਹ ਗੁਰੂ ਨੇ ਹਿਰਦੇ ਘਰ ਵਿਖਾ ਦਿੱਤਾ। ਇਹ ਗੁਰੂ ਜੀ ਦੇ ਇੱਕ ਇੱਕ ਬਚਨ ਜਿਹੜਾ ਹੈ ਨਾ, ਇਹਨੂੰ ਜਦੋਂ ਲੈ ਕੇ ਚੱਲਾਂਗੇ ਤੇ ਫਿਰ ਇਹ ਜਿਹੜੇ ਵਕਾਰ ਨੇ, ਇਹ ਦੁਖੀ ਕਰਦੇ ਨੇ। ਇਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ ਹੈ, ਜਦੋਂ ਪਰਮਾਤਮਾ ਨਾਲ ਕੋਈ ਜੜ ਜਾਏ। ਅੱਗੇ ਬਚਨ ਇਸੇ ਸ਼ਬਦ ਦੇ ਅੰਦਰ ਹੈ, ਜੋਏ ਦੂਤ ਮੋਹੇ ਬਹੁਤ ਸੰਤਾਵਤ, ਤੇ ਭਿਆਨਕ ਭਇਆ। ਜਿਹੜੇ ਦੂਤ ਇਹ ਵਕਾਰ ਬੜਾ ਪਹਿਲਾਂ ਦੁਖੀ ਕਰਦੇ ਸਨ, ਕਿਉਂਕਿ ਗੁਰੂ ਕੋਲ ਨਹੀਂ ਸੀ ਆਏ,
ਪਰਮਾਤਮਾ ਨੂੰ ਦੂਰ ਸਮਝਿਆ ਸੀ, ਗੁਰੂ ਨੇ ਹਿਰਦੇ ਘਰ ਵਿੱਚ ਵਿਖਾ ਦਿੱਤਾ। ਗੁਰੂ ਦੀ ਆਗਿਆ ਅਨੁਸਾਰ, ਗੁਰੂ ਦੇ ਹੁਕਮ, ਗੁਰੂ ਦੀ ਮਰਜ਼ਾਦਾ, ਗੁਰੂ ਦੀ ਮੱਤ ਨੂੰ ਦ੍ਰਿੜ ਕਰਕੇ ਜਦੋਂ ਉਸ ਪਰਮਾਤਮਾ ਦਾ ਨਾਮ ਜਪਿਆ ਤੇ ਇਹ ਦੂਤ ਜਿਹੜੇ ਪਹਿਲਾਂ ਬੜਾ ਦੁਖੀ ਕਰਦੇ ਸਨ, ਤੇ ਭਿਆਨਕ ਪਿਆ, ਇਹ ਭਿਆਨਕ, ਇਹ ਡਰਦੇ ਨੇ, ਕਮਜ਼ੋਰ ਹੋ ਗਏ। ਪਹਿਲਾਂ ਤਾਂ ਮਨੁੱਖ ਕਮਜ਼ੋਰ ਸੀ, ਅੰਦਰੋਂ ਨਿਰਬਲ ਸੀ, ਹੁਣ ਨਾਮ ਜਪ ਕੇ ਅੰਦਰੋਂ ਜੀਵਨ ਜਿਹੜਾ ਸੀ, ਉਹ ਆਤਮਾ ਜਿਹੜੀ ਸੀ ਉਹ ਬਲਵਾਨ ਹੋ ਗਈ, ਮਨ ਜਿਹੜਾ ਸੀ ਉਹ ਤਕੜਾ ਹੋ ਗਿਆ। ਤੇ ਭਿਆਨਕ ਭਇਆ ਕਰੇ ਬੇਨਤੀ ਰਾਖ ਠਾਕਰ ਤੇ ਹਮ ਤੇਰੀ ਸ਼ਰਨ ਆਇਆ। ਇਹ ਤਰਲਾ ਲੈਂਦੇ ਨੇ, ਬੇਨਤੀ ਕਰਦੇ ਨੇ ਇਹਦੇ ਅੱਗੇ, ਜਿਹੜਾ ਨਾਮ ਜਪਦਾ ਏ, ਜਿਹੜਾ ਸਿਮਰਨ ਕਰਦਾ, ਜਿਹੜਾ ਗੁਰੂ ਦੀ ਮੱਤ ਅਨੁਸਾਰ ਚੱਲਦਾ ਏ, ਉਹਦੇ ਅੱਗੇ ਤਰਲਾ ਲੈਂਦੇ ਨੇ, ਕਰੇ ਬੇਨਤੀ ਰਾਖ ਠਾਕੁਰ ਤੇ ਆਪਣੇ ਮਾਲਕ ਤੋਂ ਮੈਨੂੰ ਬਚਾ ਲੈ, ਹਮ ਤੇਰੀ ਸ਼ਰਨ ਆਇਆ, ਅਸੀਂ ਤੇਰੇ ਅਧੀਨ ਰਵਾਂਗੇ, ਤੇਰੀ ਸ਼ਰਨ ਵਿੱਚ ਰਵਾਂਗੇ, ਜਿਵੇਂ ਤੂੰ ਕਹੇਗਾ ਉੱਦਾਂ ਕਰਾਂਗੇ। ਇਹ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਮਿਲ ਸਾਧੂ, ਸਾਧੂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ ਖੰਡਲ ਖੰਡਾ ਕਰ ਦਿੱਤਾ ਕਾਮ ਕ੍ਰੋਧ ਨੂੰ, ਜਿਹੜਾ ਸਾਡੇ ਅੰਦਰ ਭਰਿਆ ਪਿਆ ਸੀ। ਕੌਣ ਕਹਿ ਰਹੇ ਨੇ? ਗੁਰੂ ਰਾਮਦਾਸ ਜੀ ਸਾਨੂੰ ਵੀ ਉਪਦੇਸ਼ ਕਰਦੇ, ਭਾਈ ਗੁਰੂ ਨੂੰ ਮਿਲੇ ਕਿ ਨਹੀਂ ਮਿਲੇ, ਮਿਲੋ। ਤੇ ਜੇ ਤਾਂ ਇਹ ਖੰਡਲ ਖੰਡਾ ਹੋ ਗਿਆ, ਟੁਕੜੇ ਹੋ ਗਿਆ, ਤੁਹਾਡੇ ਅਧੀਨ ਹੋ ਗਏ ਨੇ, ਤੇ ਫਿਰ ਗੁਰੂ ਦੇ ਭੁੱਲਣਾ ਨਹੀਂ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੈ ਦਾਤ। ਗੁਰ ਕੀ ਮਹਿਮਾ ਕਹੀ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ। ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾਂਕਾ ਮਨ ਲਾਗ। ਜਿਨ੍ਹਾਂ ਦੇ ਚੰਗੇ ਭਾਗ ਨੇ, ਗੁਰੂ ਕੋਲ ਤੇ ਬਹੁਤ ਆਉਂਦੇ ਆ ਆਪਾਂ ਸਾਰੇ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਆ। ਪਰ ਗੁਰੂ ਕੋਲ ਆ ਕੇ ਜਦੋਂ ਕਿਤੇ ਗੁਰੂ ਦੀ ਸਿੱਖਿਆ ਨੂੰ ਕਿਤੇ ਸੁਣ ਕੇ ਗ੍ਰਹਿਣ ਕਰ ਲਈਏ, ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਗੁਰੂ ਸਾਡੇ ਤੇ ਇੰਨਾ ਪ੍ਰਸੰਨ ਬਖਸ਼ਿਸ਼ ਕਰਨਗੇ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਫਿਰ ਲੋੜ ਨਹੀਂ ਪਏਗੀ ਬਾਰ-ਬਾਰ ਮੰਗਣ ਦੀ। ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ। ਕੋਈ ਕਮੀ ਨਹੀਂ ਹੈ। ਇਵੇਂ ਥਾਂ ਥਾਂ 'ਤੇ ਜਾ ਕੇ ਇੱਕ ਇੱਕ ਚੀਜ਼ ਮੰਗਣ ਦੀ ਬਜਾਏ ਗੁਰੂ ਕੋਲ ਆ ਕੇ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੀਏ। ਰੋਜ਼ਾਨਾ ਹੀ ਆਪਾਂ ਸੋਧਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਉਹ ਪੜ੍ਹਦੇ ਹਾਂ ਦੋਹਰਾ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਇਹ ਪੜ੍ਹਨਾ ਵੀ ਆ, ਅਤੇ ਨਾਲ ਇਸ ਪੜ੍ਹੇ ਹੋਏ ਗੁਰੂ ਦੇ ਬਚਨਾਂ ਨੂੰ ਇਹੋ ਜਿਹਾ ਜੀਵਨ ਵੀ ਬਣਾਉਣਾ। ਇੰਨਾ ਵਿਸ਼ਵਾਸ ਭਰੋਸਾ ਰੱਖਣਾ ਹੈ ਆਪਣੇ ਗੁਰੂ 'ਤੇ, ਤੇ ਜੀਵਨ ਬਦਲ ਜਾਂਦਾ ਹੈ। ਜਿਹੜੇ ਵਿਕਾਰੀ ਨੇ, ਜਿਹੜੇ ਪਤਿਤ ਨੇ, ਉਹ ਵੀ ਜਦੋਂ ਗੁਰੂ ਚਰਨਾਂ ਵਿੱਚ ਆ ਕੇ ਸੀਸ ਝੁਕਾਉਂਦੇ ਨੇ, ਇਸ ਗੱਲ ਨੂੰ ਸਵੀਕਾਰ ਕਰ ਲੈਂਦੇ ਨੇ, ਤੇ ਉਹਨਾਂ ਦੇ ਉੱਤੇ ਵੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਕਿਸੇ ਦੇ ਨਾਲ ਮੇਰ ਤੇਰ ਨਹੀਂ ਕਰਦੇ, ਗੁਰੂ ਦੀ ਕਿਸੇ ਦੇ ਨਾਲ ਈਰਖਾ ਨਹੀਂ ਹੈ। ਸਤਿਗੁਰ ਤਾਂ ਸਾਰਿਆਂ ਦਾ ਭਲਾ ਚਾਹੁੰਦੇ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਭਗਤ ਫਰੀਦ ਜੀ ਕ੍ਰੋਧ ਬਾਰੇ ਵਚਨ ਕਰਦੇ ਨੇ, ਭਾਈ ਆਪਣੇ ਜੀਵਨ ਦੇ ਅੰਦਰ ਜਿਹੜਾ ਕਾਮ ਦੇ ਨਾਲ ਦੂਸਰਾ ਵਿਕਾਰ ਕ੍ਰੋਧ ਹੈ, ਇਹਨੂੰ ਕਾਬੂ ਕਿਵੇਂ ਕਰਨਾ ਹੈ। ਫਰੀਦਾ ਬੁਰੇ ਦਾ ਭਲਾ ਕਰ। ਬੁਰਾ ਆਦਮੀ ਹੈ, ਉਹਦਾ ਵੀ ਭਲਾ ਕਰ, ਉਹਦੇ ਬਾਰੇ ਵੀ ਅਰਦਾਸ ਕਰ, ਸਤਿਗੁਰ ਜੀ ਇਹਨੂੰ ਮੱਤ ਦਿਓ, ਇਹ ਚੰਗੇ ਪਾਸੇ ਲੱਗ ਜਾਵੇ। ਕੋਈ ਕਹਿੰਦਾ ਵੀ ਹੈ ਨਾ, ਉਹਦਾ ਵੀ ਭਲਾ ਲੋ। ਔਰ ਜਿਹੜੇ ਸੱਚਮੁੱਚ ਗੁਰਮੁਖ ਪਿਆਰੇ ਨੇ, ਉਹ ਕਦੇ ਵੀ ਕ੍ਰੋਧ ਵਿੱਚ ਨਹੀਂ ਆਉਂਦੇ, ਕਿਉਂਕਿ ਉਹਨਾਂ ਦਾ ਮਨ ਸ਼ਾਂਤ ਹੈ। ਕ੍ਰੋਧੀ ਉਹੀ ਹੈ ਕਿ ਜਿਹੜਾ ਮਨ ਅਜੇ ਭਟਕਦਾ ਹੈ, ਮਨ ਟਿਕਿਆ ਨਹੀਂ। ਮਨ ਨੂੰ ਸ਼ਾਂਤੀ ਆਉਣੀ ਹੈ, ਗੁਰੂ ਦੀ ਬਾਣੀ ਪੜ੍ਹਿਆ, ਗੁਰੂ ਦੇ ਦਰਸ਼ਨ ਕੀਤੇ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ।
ਭਗਤ ਫਰੀਦ ਜੀ ਕਹਿੰਦੇ ਨੇ, ਬੁਰੇ ਦਾ ਵੀ ਭਲਾ ਕਰੇਗਾ, ਤੇਰੇ ਅੰਦਰ ਗੁੱਸਾ ਜਿਹੜਾ ਏ ਉਹ ਨਾ ਲਿਆਏਗਾ ਨਾ, ਕ੍ਰੋਧ ਜਿਹੜਾ ਏ ਨਾ, ਜਦੋਂ ਤੂੰ ਇਹੋ ਜਿਹਾ ਜੀਵਨ ਬਣਾ ਲਏਗਾ, ਤੇਰੀ ਸਰੀਰ ਨੂੰ, ਦੇਹੀ ਨੂੰ ਰੋਗ ਨਹੀਂ ਲੱਗੇਗਾ। ਗੁੱਸੇ ਦੇ ਨਾਲ, ਕ੍ਰੋਧ ਦੇ ਨਾਲ ਬਹੁਤ ਬਿਮਾਰੀਆਂ ਜਿਹੜੀਆਂ ਨੇ ਉਹ ਸਾਨੂੰ ਆ ਲੱਗਦੀਆਂ ਨੇ। ਜਿੱਥੇ ਕਾਮ, ਵਾਸਨਾ ਤੇ ਕ੍ਰੋਧ ਸਰੀਰ ਨੂੰ ਪਾਤਸ਼ਾਹ ਜੀ ਕਹਿੰਦੇ ਗਾਲ ਦਿੰਦੇ, ਨਿਰਬਲ ਕਰ ਦਿੰਦੇ ਨੇ, ਉੱਥੇ ਗੁੱਸਾ ਜਿਹੜਾ ਹੈ, ਗੁੱਸਾ ਅੱਜ ਸੰਸਾਰ ਦੇ ਅੰਦਰ ਕ੍ਰੋਧੀ ਜਿਹੜਾ ਹੈ ਨਾ, ਕਈ ਕੁਝ ਹੋ ਰਿਹਾ, ਤੁਸੀਂ ਆਪ ਸੰਸਾਰ ਵਿੱਚ ਵੇਖਦੇ ਹੋ, ਇਹ ਸਭ ਗੁੱਸੇ ਦੀ ਬਦੌਲਤ ਹੈ, ਗੁੱਸੇ ਦੇ ਕਾਰਨ ਹੈ। ਨਾਲੇ ਆਪਣੇ ਆਪ ਨੂੰ ਅੰਦਰੋਂ ਸਾੜਦਾ ਏ, ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗਦੇ ਨੇ। ਮਹਾਰਾਜ ਕਹਿੰਦੇ ਜੇ ਤੂੰ ਇਹੋ ਜਿਹਾ ਜੀਵਨ ਬਣਾ ਲਵੇਂ ਤੇ ਤੈਨੂੰ ਸਭ ਕੁਝ ਪ੍ਰਾਪਤ ਹੋਵੇਗਾ। ਭਗਤ ਫਰੀਦ ਜੀ ਕਹਿੰਦੇ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਪੱਲੇ ਸਭ ਕੁਛ, ਸਭ ਪਦਾਰਥ ਤੈਨੂੰ ਮਿਲਣਗੇ, ਪੱਲੇ ਤੈਨੂੰ ਉਹ ਸ਼ੁਭ ਗੁਣਾਂ ਦੀ ਪ੍ਰਾਪਤੀ ਹੋਵੇਗੀ, ਚੰਗੇ ਗੁਣ ਤੇਰੇ ਅੰਦਰ ਆਉਣਗੇ ਜਦੋਂ ਤੂੰ ਇਹੋ ਜਿਹਾ ਜੀਵਨ ਬਣਾ ਲਏਗਾ। ਤੂੰ ਦੁਖੀ ਨਹੀਂ ਹੋਵੇਗਾ। ਮਨੁੱਖ ਜਿਹੜਾ ਹੈ ਕ੍ਰੋਧ ਵਿੱਚ ਆ ਕੇ ਦੂਸਰੇ ਬਾਰੇ ਮਾੜਾ ਸੋਚਦਾ ਹੈ, ਬੁਰਾ ਭਲਾ ਕਹਿੰਦਾ ਹੈ। ਬਾਦਸ਼ਾਹ ਜੀ ਨੇ ਬਚਨ ਕੀਤੇ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਾਤਸ਼ਾਹ ਜੀ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ। ਆ ਗੁਰੂ ਕੋਲ ਆਏ ਹੋ ਨਾ, ਸਤ ਸੰਗਤ ਕਰ ਰਹੇ, ਇਹ ਤੁਹਾਡੇ ਪਿਛਲੇ ਕੀਤੇ ਹੋਏ ਚੰਗੇ ਕਰਮ ਸੰਸਕਾਰ ਜਿਹੜੇ ਨੇ, ਇਹ ਤੁਹਾਨੂੰ ਗੁਰੂ ਕੋਲ ਲੈ ਕੇ ਆਉਂਦੇ ਨੇ। ਗੁਰੂ ਕੋਲ ਆ ਕੇ ਤੁਸੀਂ ਗੁਰੂ ਨੂੰ ਮਿਲਣਾ ਹੈ। ਇਹ ਸੋਚਣਾ ਵੀ ਅਸੀਂ ਸਤ ਸੰਗਤ ਵਿੱਚ ਆਏ ਹਾਂ, ਵੀ ਇੱਥੇ ਆ ਕੇ ਗੁਰੂ ਨੂੰ ਮਿਲ ਕੇ ਜਾ ਰਹੇ ਹਾਂ ਕਿ ਇਵੇਂ ਜਾ ਰਹੇ ਹਾਂ। ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਡੇ ਜੀਵਨ ਦੇ ਅੰਦਰ ਜਿਹੜੇ ਅਪਰਾਧ ਸਨ, ਪਾਪ ਸਨ, ਮੰਦ ਕਰਮ ਸਨ, ਉਹ ਖਤਮ ਹੋਏ ਕਿ ਨਹੀਂ ਹੋਏ, ਕਿ ਜੀਵਨ ਉੱਥੇ ਖੜਾ ਹੈ ਗੁਰੂ ਕੋਲ ਆ ਕੇ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਂ ਕਾ ਮਨ ਲਾਗੈ। ਜਿਨ੍ਹਾਂ ਦੇ ਮਨ ਜਿਹੜਾ ਹੈ ਪ੍ਰਭੂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਨਾਂ ਦੇ ਅੰਦਰੋਂ ਸਭ ਦੁੱਖ ਦੂਰ ਹੋ ਜਾਂਦੇ, ਦੁੱਖ ਦਰਦ ਉਹਨਾਂ ਦੇ ਸਭ ਖਤਮ ਹੋ ਜਾਂਦੇ। ਫਿਰ ਇਹ ਸੰਸਾਰ ਨੂੰ ਜਿਹੜਾ ਤਰਨਾ ਹੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਇਹ ਸਭ ਕੁਝ ਖਤਮ ਹੋ ਜਾਏਗਾ, ਕਿਉਂਕਿ ਅਸੀਂ ਗੁਰੂ ਕੋਲ ਆਉਂਦੇ ਹਾਂ ਅਤੇ ਬਹੁਤਾਤ ਜਿਹੜੇ ਆ ਅਸੀਂ ਐਵੇਂ ਹੀ ਚਲੇ ਜਾਂਦੇ ਹਾਂ। ਵਿਰਲੇ ਹੈ ਵੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ, ਗੁਰੂ ਸਾਹਿਬ ਜੀ ਮਹਾਰਾਜ ਬਚਨ ਕਰਦੇ, ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਜੋ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਸ਼ੁਭ ਗੁਣ ਨੇ, ਰਤਨ ਜਵਾਹਰ ਮਾਣਕ ਜਿਹੜੇ ਨੇ ਇਹ ਚੰਗੇ ਗੁਣ ਨੇ, ਉਹਨਾਂ ਦੇ ਧਾਰਨੀ ਉਹੀ ਹੋਵੇਗਾ ਜਿਹਨੇ ਆ ਕੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਹੈ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਆਣ ਕੇ ਗ੍ਰਹਿਣ ਕੀਤਾ ਹੈ, ਤੇ ਗੁਰੂ ਉਹਦੇ ਤੇ ਬਹੁਤ ਪ੍ਰਸੰਨ ਹੁੰਦੇ ਨੇ। ਇਸੇ ਨੂੰ ਕਿਹਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਇਹ ਮਨ ਤ੍ਰਿਪਤਾਨਾ, ਬਹੁਰ ਨਾ ਕਥੂ ਧਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋ ਰੇ। ਜਦੋਂ ਗੁਰੂ ਕੋਲ ਆ ਕੇ ਇਹ ਵਿਸ਼ਵਾਸ ਭਰੋਸਾ ਲੈ ਕੇ ਆਵਾਂਗੇ ਕਿ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਵਸਿਆ, ਮੇਰੀ ਕੋਈ ਔਕਾਤ ਨਹੀਂ ਸੀ, ਹੁਣ ਗੁਰੂ ਦੀ ਬਖਸ਼ਿਸ਼ ਹੋ ਗਈ, ਮੇਰੀ ਭਟਕਣਾ ਖਤਮ ਹੋ ਗਈ, ਤੇ ਦਿਨ ਰਾਤ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਦੇ ਗੁਣ ਗਾਉਣਾ, ਮੇਰੀ ਕੋਈ ਪਾਇਆ ਨਹੀਂ ਹੈ। ਜੇ ਉਹਨੇ ਜੋ ਕੁਝ ਕਰ ਰਹੇ ਹਾਂ ਤੇ ਇਹ ਗੁਰੂ ਦੀ ਕਿਰਪਾ ਹੈ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਹਨ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ। ਮਨ ਦੇ ਨੰਨੇ ਨੂੰ ਸਿਆਰੀ, ਮਨ ਵਿੱਚ ਹਰੀ ਦੇ ਨਾਲ ਜਿਹੜੀ ਸਾਡੀ ਸੁਰਤੀ ਹੈ ਉਹ ਲਿਵ ਜੁੜ ਗਈ। ਮੰਡਲ ਮੰਡਾ ਤੋਂ ਭਾਵ ਪਹਿਲਾਂ ਖੰਡਲ ਖੰਡਾ ਕਿਹਾ ਪਾਤਸ਼ਾਹ ਜੀ ਨੇ, ਵੀ ਉਸ ਕਾਮ ਕ੍ਰੋਧ ਨੂੰ ਖੰਡਲ ਖੰਡਾ ਭਾਵ ਖੰਡ ਖੰਡ ਕਰ ਦਿੱਤਾ, ਟੁਕੜੇ ਕਰ ਦਿੱਤਾ। ਮੰਡਲ ਮੰਡਾ ਉੱਥੇ ਤੋੜਿਆ, ਇੱਥੇ ਜੋੜਿਆ। ਹੁਣ ਪਰਮਾਤਮਾ ਦੇ ਨਾਲ ਸਾਡੀ ਉਹ ਸੁਰਤੀ ਜਿਹੜੀ ਗੁਰੂ ਸਾਹਿਬ ਜੀ ਕਹਿੰਦੇ ਜੁੜ ਗਈ। ਧੰਨ ਗੁਰੂ ਰਾਮਦਾਸ ਜੀ ਆਪਣੇ ਆਪ ਨੂੰ ਕਹਿ ਰਹੇ, ਪਰਮਾਤਮਾ ਦੇ ਨਾਲ ਜਿਹੜਾ ਸਾਡਾ ਸੀ ਮੰਡਲ ਮੰਡਾ, ਉਹ ਹਰੀ ਦੇ ਚਰਨਾਂ ਦੇ ਨਾਲ ਸਾਡੀ
ਸੁਰਤੀ ਜਿਹੜੀ ਜੁੜ ਗਈ, ਲਿਵ ਜੁੜ ਗਈ। ਜਿਵੇਂ ਬਾਣੀ ਦੇ ਵਿੱਚ ਬਚਨ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦੋਂ ਪ੍ਰੀਤ ਪਿਆਰ ਪ੍ਰਮਾਤਮਾ ਦੇ ਨਾਲ ਜੁੜ ਗਿਆ ਗੁਰੂ ਕਿਰਪਾ ਸਦਕਾ, ਫਿਰ ਜਦੋਂ ਜੁੜਦਾ ਏ ਤੇ ਇੱਕ ਪਾਸਿਓਂ ਟੁੱਟ ਜਾਂਦਾ ਹੈ। ਮਾਇਆ ਦੇ ਨਾਲ, ਵਿਕਾਰਾਂ ਦੇ ਨਾਲ ਸਾਡੀ ਜਿਹੜੀ ਜੁੜੇ ਹੋਈ ਪ੍ਰੀਤ ਸੀ ਉਹ ਟੁੱਟ ਜਾਏਗੀ, ਖਤਮ ਹੋ ਜਾਏ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਹਨ, ਰਹਾਉ ਦੀਆਂ ਪੰਕਤੀਆਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹੋ ਜਿਹੇ ਗੁਰੂ ਦੇ ਚਰਨਾਂ ਵਿੱਚ ਆ ਕੇ ਦੋਵੇਂ ਹੱਥ ਜੋੜ ਕੇ ਚਰਨਾਂ 'ਤੇ ਸੀਸ ਝੁਕਾਇਆ ਕਰ, ਡੰਡੌਤ ਕਰਿਆ ਕਰ। ਇਹ ਬੜਾ ਭਲਾ ਕਰਮ ਹੈ, ਚੰਗਾ ਕਰਮ ਹੈ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਸਾਕਤ, ਸਾਕਤ ਉਹ ਹੈ ਕਿ ਜਿਹੜਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ ਜਿਸ ਨੇ ਭੁਲਾਇਆ ਹੋਇਆ, ਪਰਮਾਤਮਾ ਨਾਲੋਂ ਟੁੱਟਾ ਹੋਇਆ, ਉਹਨੇ ਪਰਮਾਤਮਾ ਦੇ ਰਸ ਦਾ ਸਵਾਦ ਨਹੀਂ ਜਾਣਿਆ, ਨਹੀਂ ਮਾਣਿਆ। ਉਸ ਨੂੰ ਸਵਾਦ ਨਹੀਂ ਆਇਆ ਪਰਮਾਤਮਾ ਦੇ ਰਸ ਦਾ। ਉਹਨੇ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਆਪਣਾ ਜੀਵਨ ਸਾਰਾ ਖਤਮ ਕਰ ਲਿਆ। ਤੇ ਪਾਤਸ਼ਾਹ ਜੀ ਕਹਿੰਦੇ ਇਹ ਰਸਾਂ ਕਸਾਂ ਦੇ ਜਿੰਨੇ ਤੂੰ ਸਵਾਦ ਚੱਖ ਲਏ, ਇਹਦੇ ਨਾਲ ਤੂੰ ਤ੍ਰਿਪਤ ਨਹੀਂ ਹੋਵੇਂਗਾ, ਰੱਜੇਗਾ ਨਹੀਂ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਈ। ਅੰਨ ਰਸ, ਹੋਰ ਰਸਾਂ ਕਸਾਂ ਦੇ ਵਿੱਚ ਰਸਨਾ, ਆ ਜੀਭ ਦਾ ਵੀ ਅੱਜ ਸਵਾਦ ਜਿਹੜਾ ਏ ਰਸਾਂ ਕਸਾਂ ਦੇ ਵਿੱਚ ਇਹ ਮਸਤ ਇਹਨੂੰ ਕੀਤਾ ਹੋਇਆ ਏ ਮਨੁੱਖ ਨੇ। ਤੇ ਫਿਰ ਐਸੀਆਂ ਬਿਮਾਰੀਆਂ ਜਿਹੜੀਆਂ ਮਨੁੱਖ ਸਹਿੜ ਰਿਹਾ, ਇਹ ਸਭ ਰਸਾਂ ਕਸਾਂ ਦੇ ਸਵਾਦ ਦੇ ਵਿੱਚ ਹੀ, ਚਸਕਿਆਂ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਏ ਪਰਮਾਤਮਾ ਦੇ ਨਾਮ ਰਸ ਨੂੰ ਭੁਲਾ ਕੇ ਹੋਰ ਕਰਮ ਕਾਂਡਾਂ ਦੇ ਵਿੱਚ, ਹੋਰ ਕਰਮਾਂ ਦੇ ਵਿੱਚ ਆਪਣਾ ਜੀਵਨ ਅਜਾਂ ਹੀ ਗਵਾ ਰਿਹਾ। ਇਹਦੇ ਨਾਲ ਪਿਆਸ ਨਹੀਂ ਜਾ ਸਕਦੀ। ਸਾਕਤ ਹਰ ਰਸ ਸਾਧ ਨਾ ਜਾਣਿਆ, ਰੱਬ ਨਾਲੋਂ ਟੁੱਟੇ ਹੋਏ ਨੇ, ਹਰੀ ਦਾ ਰਸ ਸਵਾਦ ਨੂੰ ਨਹੀਂ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਕੀ ਹੈ? ਹਉਮੈ ਦਾ ਕੰਡਾ। ਹਉਮੈ ਦਾ ਕੰਡਾ, ਪੈਰ ਦੇ ਵਿੱਚ ਕੰਡਾ ਵੱਜ ਜਾਵੇ ਨਾ, ਪਿੰਡਾਂ ਦੇ ਵਿੱਚ ਕਿਤੇ ਜਾਓ ਤੇ ਨੰਗੇ ਪੈਰੀ ਹੋਵੇ ਤੇ ਕੋਈ ਕੰਡਾ ਵੱਜ ਜਾਵੇ ਕਿੱਕਰ ਦਾ, ਜਿੰਨਾ ਚਿਰ ਉਹ ਪੈਰ ਦੇ ਵਿੱਚੋਂ ਕੰਡਾ ਨਿਕਲ ਨਾ ਜਾਵੇ ਓਨਾ ਚਿਰ ਆਰਾਮ ਨਹੀਂ ਆਉਂਦਾ, ਉਹਨੂੰ ਕੱਢਣਾ ਪੈਂਦਾ। ਹੁਣ ਕੰਡਾ ਅੰਦਰ ਹੋਵੇ ਤੇ ਮਨੁੱਖ ਕਵੇ ਕਿ ਮੈਂ ਹੁਣ ਮਖਮਲੀ ਜੁੱਤੀ ਪਾ ਲਵਾਂ ਕਿ ਦਰਦ ਹਟ ਜਾਵੇਗੀ। ਹਉਮੈ ਦਾ ਕੰਡਾ ਜਿਹੜਾ ਹੈ ਨਾ, ਇਹ ਵੀ ਮਨੁੱਖ ਨੂੰ ਬੜਾ ਦੁਖੀ ਕਰਦਾ ਹੈ। ਉਹਦੇ ਅੰਦਰ ਹਉਮੈ ਦਾ ਕੰਡਾ ਹੈ, ਮੈਂ ਕਰਦਾ ਹੈ, ਪਰਮਾਤਮਾ ਨੂੰ ਨਾਮ ਰਸ ਨੂੰ ਜਾਣਿਆ ਨਹੀਂ। ਜਦੋਂ ਪਰਮਾਤਮਾ ਦਾ ਨਾਮ ਦਾ ਰਸ ਆਉਂਦਾ ਹੈ ਫਿਰ ਇਹ ਹਉਮੈ ਦਾ ਕੰਡਾ ਜਿਹੜਾ ਹੈ ਉਹ ਨਿਕਲ ਜਾਏਗਾ। ਗੁਰੂ ਕਿਰਪਾ ਕਰੇ। ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ। ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਭਏ, ਰੋਗਾਂ ਤੋਂ ਰਹਿਤ ਹੋ ਗਏ। ਪਰ ਕਿਵੇਂ ਹੋਏ? ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਇੱਥੇ ਹਉਮੈ ਦਾ ਕੰਡਾ ਕਿ ਹਉਮੈ ਦਾ ਰੋਗ ਬੜਾ ਦੁਖੀ ਕਰਦਾ ਹੈ। ਇਹ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਉਮੈ ਦਾ ਜਿਹੜਾ ਕੰਡਾ ਹੈ, ਹਉਮੈ ਦਾ ਜਿਹੜਾ ਰੋਗ ਹੈ, ਇਹ ਕੇਵਲ ਮਨੁੱਖ ਦੇ ਹਿੱਸੇ ਆਇਆ, ਹੋਰ ਕਿਸੇ ਦੇ ਨਹੀਂ। ਹਉਮੈ ਰੋਗ ਮਨੁੱਖ ਕੋ ਦੀਨਾ, ਬੜਾ ਦੁਖੀ ਕਰਦਾ ਹੈ। ਸਾਕਤ ਹਰ ਰਸਾਲ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਜਿਉਂ-ਜਿਉਂ ਮਨੁੱਖ ਚੱਲਦਾ ਹੈ, ਤੁਰਦਾ ਹੈ, ਹੋਰ ਕਰਮ ਕਰਦਾ ਹੈ ਆਪਣੀ ਮਨ ਦੇ ਪਿੱਛੇ ਚੱਲ ਕੇ, ਅਕਾਲ ਪੁਰਖ ਪਰਮਾਤਮਾ ਗੁਰੂ ਨੂੰ ਛੱਡ ਕੇ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਹਾਲਤ ਇਹ ਹੈ ਕਿ ਜਿਉਂ-ਜਿਉਂ ਇਹ ਸੰਸਾਰ ਵਿੱਚ ਚੱਲਦਾ ਹੈ, ਵਿਚਰਦਾ ਹੈ, ਉਹ ਹਉਮੈ ਦਾ ਕੰਡਾ ਚੁੱਭਦਾ ਹੈ ਤੇ ਦੁੱਖ ਦਿੰਦਾ ਹੈ, ਦੁਖਦਾਈ ਹੈ।
ਜਿਉਂ ਜਿਉਂ ਚੱਲੈ ਚੁਭੈ ਦੁਖ ਪਾਵੇਂ, ਦੁੱਖ ਪਾਉਂਦਾ ਹੈ। ਜਮਕਾਲ ਸਹੈ ਸਿਰ ਡੰਡਾ ਹੈ। ਤੇ ਆਤਮਕ ਮੌਤ ਦਾ ਜਿਹੜਾ ਜਮ ਦਾ ਡੰਡਾ ਹੈ ਉਹ ਸਿਰ ਦੇ ਉੱਪਰ ਵੱਜਦਾ ਹੈ। ਇੱਥੇ ਜਮਾਂ ਦੀ ਮਾਰ ਇੱਥੇ ਹੀ ਫਿਰ ਪੈਂਦੀ ਹੈ, ਇੱਥੇ ਰਹਿੰਦਿਆਂ ਹੋਇਆ। ਉਹਦਾ ਜਿਹੜਾ ਜੀਵਨ ਹੈ ਉਹ ਨਰਕਾਂ ਦੇ ਸਮਾਨ ਹੋ ਜਾਂਦਾ ਹੈ। ਪਰਮਾਤਮਾ ਨੂੰ ਭੁਲਾ ਕੇ ਸਾਕਤ ਦਾ ਜਿਹੜਾ ਜੀਵਨ ਹੈ ਰੱਬ ਨਾਲੋਂ ਟੁੱਟੇ ਹੋਏ ਦਾ, ਉਹ ਇਸ ਤਰ੍ਹਾਂ ਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹਰੀ ਦੇ ਜਨ, ਹਰੀ ਦੇ ਸੇਵਕ ਪਰਮਾਤਮਾ ਦੇ ਨਾਮ ਵਿੱਚ ਸਮਾਣੇ ਤੋਂ ਭਾਵ ਜੁੜੇ ਰਹਿੰਦੇ ਨੇ, ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਨੇ। ਤੇ ਦੁੱਖ ਜਨਮ ਮਰਨ ਭਵ ਖੰਡਾ ਹੈ। ਦੁੱਖ ਜਨਮ ਤੇ ਮਰਨ ਦਾ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਦੁਖੀ ਹੁੰਦਾ ਹੈ। ਜਨਮ ਮਰਨ ਦੇ ਚੱਕਰ ਵਿੱਚ ਇੱਥੇ ਜਿਉਂਦਾ ਹੀ ਪਿਆ ਹੋਇਆ। ਭਵ ਖੰਡਾ, ਇਹ ਸੰਸਾਰ ਦੇ ਵਿੱਚੋਂ ਖੰਡ ਖੰਡ ਖਤਮ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦੇ ਵਿੱਚ ਲਿਵ ਲੀਨ ਹੋ ਜਾਂਦੇ ਨੇ ਉਹਨਾਂ ਨੂੰ ਦੁੱਖ ਜਨਮ ਮਰਨ ਉਹਨਾਂ ਦਾ ਇਹ ਖਤਮ ਹੋ ਜਾਂਦਾ ਇੱਥੇ ਰਹਿੰਦਿਆਂ ਹੋਇਆਂ। ਉਹਨਾਂ ਦੀ ਸਮਾਈ ਜਿਉਂਦੇ ਜੇ ਪਰਮਾਤਮਾ ਦੇ ਵਿੱਚ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਨ੍ਹਾਂ ਨੇ ਜਪਿਆ ਉਹ ਹਰੀ ਦਾ ਰੂਪ ਹੋ ਗਏ, ਉਹ ਅਕਾਲ ਪੁਰਖ ਬ੍ਰਹਮ ਦੇ ਵਿੱਚ ਲਿਵ ਲੀਨ ਹੋ ਗਏ। ਉਹਨਾਂ ਨੂੰ ਕੋਈ ਦੁੱਖ ਆਵੇ, ਕੋਈ ਪਦਾਰਥ ਹੋਣ, ਕੋਈ ਮਾਨ ਅਪਮਾਨ ਉਸਤਤ ਨਿੰਦਿਆ, ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ। ਇਹੋ ਜਿਹਾ ਜੀਵਨ ਹੋਵੇ ਨਾ ਜਿਹਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਬ੍ਰਹਮ ਦਾ ਨਿਵਾਸ ਹੁੰਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ। ਉਹਦੇ ਹਿਰਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਪਰ ਹੋਣਾ ਕਿਵੇਂ ਆ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛੋ। ਕਹਿੰਦੇ ਨੇ ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਸ ਮਨੁੱਖ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹਨੇ ਇਹ ਜੀਵਨ ਦੀ ਜਾਂਚ ਜੁਗਤੀ ਨੂੰ ਗੁਰੂ ਦੀ ਮੱਤ 'ਤੇ ਚੱਲ ਕੇ ਸਮਝ ਲਿਆ ਤੇ ਇਉਂ ਪਰਮਾਤਮਾ ਦੇ ਵਿੱਚ ਲਿਵ ਲੀਨ ਹੋ ਗਿਆ। ਜਿਵੇਂ ਪਾਣੀ ਵਿੱਚ ਪਾਣੀ ਪਾਈਓ ਪਤਾ ਨਹੀਂ ਚੱਲਦਾ, ਇਸ ਤਰ੍ਹਾਂ ਸਮਾਈ ਹੋ ਗਈ। ਇਹ ਜਿਉਂਦੇ ਜੀ ਦੀ ਬਾਤ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਅਬਨਾਸੀ ਪਰਮਾਤਮਾ ਜਿਹੜਾ ਹੈ ਨਾ, ਉਹ ਨਾਸ ਰਹਿਤ ਹੈ, ਉਹ ਅਟਲ ਹੈ। ਉਹ ਪੁਰਖ ਅਕਾਲ ਪੁਰਖ ਜਿਹੜਾ ਹੈ ਨਾਸ ਰਹਿਤ, ਜਦੋਂ ਉਹਦੀ ਪ੍ਰਾਪਤੀ ਹੋ ਗਈ ਪਰਮੇਸ਼ਰ ਅਕਾਲ ਪੁਰਖ ਦੀ, ਫਿਰ ਭਾਈ ਜਿਹਦੀ ਉਹਦੇ ਵਿੱਚ ਸਮਾਈ ਹੋ ਗਈ, ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਖੰਡਾਂ ਤੇ ਬ੍ਰਹਮੰਡਾਂ ਦੇ ਵਿੱਚ ਉਹਦੀ ਸੋਭਾ ਹੁੰਦੀ ਹੈ, ਉਹਦੀ ਸਾਰੇ ਸੰਸਾਰ ਦੇ ਅੰਦਰ ਉਸਤਤ ਹੁੰਦੀ ਹੈ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਾਹਿਗੁਰੂ ਵਸ ਜਾਂਦਾ ਹੈ, ਉਹਨਾਂ ਦੀ ਸਾਰੇ ਥਾਵਾਂ 'ਤੇ ਜੈ ਜੈਕਾਰ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰੇ ਨਾਮੈ, ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਅਸੀਂ ਗਰੀਬ ਹਾਂ, ਅਰਦਾਸ ਕਰਨੀ, ਅਸੀਂ ਅੱਜ 'ਚ ਹਾਂ, ਮੰਗਣ ਵਾਲੇ ਹਾਂ। ਮਸਕੀਨ ਤੋਂ ਭਾਵ ਆਜਜ਼, ਤੇਰੇ ਦਰ 'ਤੇ ਅਸੀਂ ਗਰੀਬ ਅਤੇ ਮਸਕੀਨ, ਹੇ ਪ੍ਰਭੂ ਤੇਰੇ ਆਸਰੇ ਹਾਂ, ਤੇਰੇ ਸਹਾਰੇ ਹਾਂ। ਤੂੰ ਸਾਡੀ ਰੱਖਿਆ ਕਰ, ਤੂੰ ਵੱਡੇ ਤੋਂ ਵੀ ਵੱਡਾ ਹੈ, ਤੂੰ ਸਾਰਿਆਂ ਦੀ ਇੱਜ਼ਤ ਪੱਤ ਰੱਖਦਾ ਹੈ। ਸਾਡੇ ਉੱਪਰ ਵੀ ਮਿਹਰ ਭਰਿਆ ਹੱਥ ਰੱਖ। ਤੇ ਕੀ ਹੱਥ ਰੱਖ ਕੇ ਮੰਗਿਆ ਹੈ, ਸਾਨੂੰ ਕੀ ਉਪਦੇਸ਼ ਦਿੱਤਾ ਹੈ? ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਮੈਨੂੰ ਨਾਮ ਦਾ ਹੀ ਆਸਰਾ ਹੈ,
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਵੱਡੇ ਸਤਿਗੁਰੂ ਜੀ ਦਾ ਨਾਮ ਲੈ ਕੇ ਕਹਿੰਦੇ ਨੇ, ਨਾਮ ਦਾ ਆਧਾਰ ਹੈ, ਮੈਨੂੰ ਤੇਰਾ ਹੀ ਆਸਰਾ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਤੇ ਨਾਮ ਦੇ ਨਾਲ ਹੀ ਸਾਰੇ ਸੁੱਖਾਂ ਦੀ ਮੈਨੂੰ ਪ੍ਰਾਪਤੀ ਹੋਣੀ ਹੈ। ਨਾਮ ਮਿਲ ਗਿਆ ਤੇ ਸੁੱਖ ਹੈ, ਜੇ ਨਾਮ ਨਹੀਂ ਮਿਲਿਆ ਤੇ ਪਰਮਾਤਮਾ ਜਿੰਨੇ ਮਰਜ਼ੀ ਤੁਹਾਡੇ ਕੋਲ ਪਦਾਰਥ ਨੇ, ਤੁਸੀਂ ਦੁਖੀ ਹੀ। ਨਾਮ ਜ਼ਰੂਰੀ ਹੈ। ਨਾਮ ਦੀ ਭੁੱਖ ਲੱਗੇਗੀ ਜਦੋਂ ਗੁਰੂ ਚਰਨਾਂ ਵਿੱਚ ਆਵਾਂਗੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸਤਿਗੁਰੂ ਜੀ ਕਿਰਪਾ ਕਰਨ। ਪਾਵਨ ਗੁਰ ਸ਼ਬਦ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਗਈਆਂ। ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਦੇਣੀਆਂ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।